ਦੇਸ਼ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਜੀ ਆਇਆਂ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਰਾਜੀਵ ਭਾਸਕਰ। ਭਾਸਕਰ ਸਾਹਿਬ ਜੀ ਆਇਆਂ। ਸ਼ੁਕਰੀਆ ਰੰਧਾਵਾ ਜੀ। ਭਾਸਕਰ ਸਾਹਿਬ, ਤਿੰਨ ਚਾਰ ਵੱਡੀਆਂ ਖਬਰਾਂ ਚੱਲੀ ਜਾਂਦੀਆਂ। ਸਭ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੇ ਦਿੱਲੀ ਸੱਦੇ ਜਾਣ ਦੀ ਖਬਰ ਚੱਲਦੀ ਪਈ ਹੈ। ਦੂਜਾ, ਨਵਜੋਤ ਸਿੰਘ ਸਿੱਧੂ ਨੂੰ ਦਿੱਲੀ ਰਹਿਣ ਲਈ ਕਿਹਾ ਗਿਆ, ਇਹ ਵੀ ਖਬਰ ਪ੍ਰਮੁਖਤਾ ਨਾਲ ਛਾਇਆ ਹੋ ਰਹੀ ਹੈ। ਤੀਜੀ, ਇਹਦੇ ਨਾਲ ਜੁੜਦੀ ਗੱਲ ਆ ਕਿ ਸਿੱਧੂ ਦੇ ਪ੍ਰਦੇਸ਼ ਪ੍ਰਧਾਨ, ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਬਣਨ ਦੀ ਅਫਵਾਹ ਸਚਾਈ ਵੱਲ ਤੁਰਦੀ ਮੀਡੀਆ ਚੈਨਲ ਦਿਖਾ ਰਿਹਾ ਕਿ ਹੁਣ ਬਣੇ। ਲੇਕਿਨ ਇਸ ਤੋਂ ਅਗਲੀ ਗੱਲ, ਨਵਜੋਤ ਸਿੰਘ ਸਿੱਧੂ ਵੱਲੋਂ ਇੱਕ ਟਵੀਟ ਕੀਤਾ ਜਾਂਦਾ ਬਿਜਲੀ ਮਾਮਲਿਆਂ ਨੂੰ ਲੈ ਕੇ, ਜਿੱਥੇ ਉਹ ਦਿੱਲੀ ਮਾਡਲ ਨੂੰ ਸਪੋਰਟ ਕਰਦੇ ਨਜ਼ਰ ਆਉਂਦੇ ਆ। ਕਿ ਕਾਂਗਰਸ ਹਾਈ ਕਮਾਂਡ ਨਾਲ ਗੱਲਬਾਤ ਦੇ ਦੌਰਾਨ ਉਹਨਾਂ ਦੀ ਤਸੱਲੀ ਨਹੀਂ ਹੋਈ, ਜਿਹੜੀ ਇੱਕ ਪ੍ਰੈਸ਼ਰ ਟੈਕਟਿਕਸ ਵਜੋਂ ਦਿੱਲੀ ਮਾਡਲ ਨੂੰ ਸਪੋਰਟ ਕੀਤਾ ਗਿਆ। ਇਹ ਬੜਾ ਵੱਡਾ ਸਵਾਲ ਆ ਕਿ ਜਦੋਂ ਚੋਣ ਦੇ ਵਿੱਚ ਤੁਸੀਂ ਜਾ ਰਹੇ ਹੋ ਔਰ ਤੁਹਾਡਾ ਸੱਜਰਾ ਸ਼ਰੀਕ, ਤੁਹਾਡਾ ਪ੍ਰਮੁੱਖ ਰਾਈਵਲ ਜਿਹੜਾ ਹੋਊਗਾ ਇਲੈਕਸ਼ਨ 'ਚ, ਉਹ ਆਮ ਆਦਮੀ ਪਾਰਟੀ ਹੋਊਗਾ, ਕੇਜਰੀਵਾਲ ਹੋਊਗਾ, ਉਦੋਂ ਕੇਜਰੀਵਾਲ ਦੇ ਦਿੱਲੀ ਮਾਡਲ ਜਾਂ ਉਹਦੇ ਪ੍ਰਬੰਧ ਦੀ ਤਾਰੀਫ ਕਰਨ ਦਾ ਸਾਫ਼ ਮਤਲਬ ਹੈ ਕਿ ਕਿਧਰੇ ਸੌਫਟ ਕਾਰਨਰ ਜਾਂ ਕੱਲ ਨੂੰ ਤੁਸੀਂ ਡਿਫੈਂਡ ਕਰਨਾ ਹੋਊ ਤੇ ਕਿਵੇਂ ਕਰੋਗੇ ਬਤੌਰ ਕਾਂਗਰਸੀ। ਲੇਕਿਨ ਇਹ ਵੀ ਇੱਕ ਵੱਡਾ ਮਸਲਾ ਹੈ। ਲੇਕਿਨ ਤੀਜੇ ਬੰਨੇ ਸਭ ਤੋਂ ਅਹਿਮ ਸਵਾਲ ਆ ਕਿ ਜਿਹੜੀ ਅਫਵਾਹਾਂ ਦਾ ਇੱਕ ਦੌਰ ਹੈ ਕਿ ਕਾਂਗਰਸ ਦੀ ਜਿਹੜੀ ਸਰਕਾਰ ਹੈ ਪੰਜਾਬ ਦੇ ਵਿੱਚ, ਉਹਦੇ 'ਚ ਰੀਸ਼ਫਲ ਹੋ ਸਕਦਾ, ਬਦਲਾਅ ਹੋ ਸਕਦਾ ਹੈ। ਮੰਤਰੀਆਂ ਦੇ ਮਹਿਕਮੇ ਔਰ ਮੰਤਰੀਆਂ ਨੂੰ ਬਦਲੇ ਜਾਣ ਦਾ ਇੱਕ ਵੱਡਾ ਚੱਲਦਾ ਪਿਆ। ਲੇਕਿਨ ਨਾਲ ਦੀ ਨਾਲ ਇੱਕ ਹੋਰ ਪਹਿਲੂ ਆ ਕਿ ਕੀ ਇਸ ਮੌਕੇ ਦੇ ਉੱਤੇ ਜਿਹੜਾ ਬਿਜਲੀ ਸੰਕਟ ਆ, ਇਹਨੂੰ ਹੱਲ ਕਰਨ 'ਚ ਸਰਕਾਰ ਕਾਮਯਾਬ ਹੋਊਗੀ ਕਿ ਨਹੀਂ, ਇਹ ਵੀ ਬਹੁਤ ਵੱਡਾ ਸਵਾਲ ਆ। ਥਰਮਲ ਪਲਾਂਟ ਜਿਹੜੇ ਪ੍ਰਾਈਵੇਟ ਆ, ਉਹਨਾਂ ਨੇ ਬਹੁਤੀ ਪਰਵਾਹ ਨਹੀਂ ਕੀਤੀ ਮੌਜੂਦਾ ਮਸ਼ੀਨਰੀ ਦੀ। ਐਸੀ ਸਥਿਤੀ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀਆਂ ਮੁਸ਼ਕਲਾਂ ਘਟਦੀਆਂ ਹੋਈਆਂ ਨਜ਼ਰ ਨਹੀਂ ਆ ਰਹੀਆਂ। ਮੁੱਢਲੇ ਤੌਰ ਤੇ ਜੇ ਸ਼ੁਰੂ ਕਰੀਏ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਦਿੱਲੀ ਸੱਦੇ ਜਾਣ ਬਾਰੇ ਕੀ ਕਹਿੰਦੇ ਹੋ? ਤੇ ਨਵਜੋਤ ਸਿੰਘ ਸਿੱਧੂ ਦੇ ਦਿੱਲੀ 'ਚ ਠਹਿਰਾਅ ਨੂੰ ਹਾਈ ਕਮਾਂਡ ਨੇ ਯਕੀਨੀ ਬਣਾਇਆ। ਹੋ ਸਕਦਾ ਇਹਨਾਂ ਨੂੰ ਇਕੱਠਿਆਂ ਬਿਠਾਇਆ ਜਾਵੇ ਜਾਂ ਇਹਨਾਂ ਨਾਲ ਵੱਖਰੇ ਗੱਲ ਕਰਕੇ ਕਿਸੇ ਸਹਿਮਤੀ ਵਾਲੇ ਪੁਆਇੰਟ ਦੇ ਉੱਤੇ ਅੱਗੇ ਤੋਰਿਆ ਜਾ ਸਕੇ। ਕੀ ਕਹਿੰਦੇ ਹੋ? ਦੇਖੋ, ਦਿੱਲੀ 'ਚ ਜਿਹੜਾ ਕੁਝ ਕਾਂਗਰਸ ਦੇ ਵਿੱਚ ਚੱਲ ਰਿਹਾ ਹੈ ਔਰ ਉਹਦੇ ਵਿੱਚ ਐਦਾਂ ਦੀ ਬਜ਼ ਕ੍ਰੀਏਟ ਹੋਣਾ, ਹਾਲਾਂਕਿ ਇਸ ਖਬਰ ਦੀ ਕੋਈ ਪੁਸ਼ਟੀ ਨਹੀਂ ਹੋਈ ਕਿ ਉਹਨਾਂ ਨੂੰ ਦਿੱਲੀ ਬੁਲਾਇਆ ਗਿਆ ਜਾਂ ਨਹੀਂ ਬੁਲਾਇਆ ਗਿਆ, ਪਰ ਕਾਂਗਰਸ ਦੇ ਸਾਰੇ ਲੀਡਰ ਇਹ ਕਹਿ ਰਹੇ ਨੇ ਕਿ 1-2 ਦਿਨਾਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਦਿੱਲੀ ਤੋਂ ਸੱਦਾ ਆਏਗਾ। ਪਰ ਉਹ ਸੱਦਾ ਆ ਗਿਆ, ਇਸ ਗੱਲ ਦੀ ਮੀਡੀਆ ਦੇ ਵਿੱਚ ਕਾਫੀ ਖਬਰਾਂ ਚੱਲ ਰਹੀਆਂ। ਨਾਲ ਦੇ ਨਾਲ ਸਿੱਧੂ ਨੂੰ ਵੀ ਕਿਹਾ ਗਿਆ ਹੈ ਕਿ ਤੁਸੀਂ ਦਿੱਲੀ ਰੁਕੋ, ਕੈਪਟਨ ਸਾਹਿਬ ਨਾਲ ਮੁਲਾਕਾਤ ਹੋਏਗੀ ਤੇ ਸ਼ਾਇਦ ਕੈਪਟਨ ਉਹਨਾਂ ਨੂੰ, ਤੇ ਜਿੱਦਾਂ ਤੁਸੀਂ ਕਹਿ ਰਹੇ ਹੋ ਕੈਪਟਨ ਸਾਹਿਬ ਨੂੰ ਤੇ ਸਿੱਧੂ ਉਹਨਾਂ ਨੂੰ ਆਮਨੇ ਸਾਹਮਣੇ ਬਿਠਾ ਕੇ ਵੀ ਕੋਈ ਫੈਸਲਾ ਕੀਤਾ ਜਾ ਸਕਦਾ ਹੈ ਜੀ। ਨਾਲ ਦੇ ਨਾਲ ਇੱਕ ਇਹ ਵੀ ਗੱਲ ਚੱਲ ਰਹੀ ਹੈ ਕਿ ਸਿੱਧੂ ਨੂੰ ਪੀਪੀਸੀਸੀ ਦਾ ਪ੍ਰਧਾਨ ਬਣਾਇਆ ਜਾਣਾ ਲਗਭਗ ਤੈਅ ਹੈ। ਭਾਵੇਂ ਕਾਂਗਰਸ ਦਾ ਕੋਈ ਵੀ ਲੀਡਰ ਇਸ ਗੱਲ ਨੂੰ ਐਕਸੈਪਟ ਤਾਂ ਨਹੀਂ ਕਰ ਰਿਹਾ ਕਿ ਵੀ ਇਹ ਫੈਸਲਾ ਹੋ ਚੁੱਕਿਆ, ਪਰ ਇਹ ਖਬਰਾਂ ਜਿਹੜੀ ਚੱਲ ਰਹੀਆਂ, ਖਾਸ ਕਰਕੇ ਐਨਡੀਟੀਵੀ ਦੇ ਵਿੱਚ ਅਗਰ ਤੁਸੀਂ ਕੱਲ ਦੇਖਿਆ ਹੋਏ ਤੇ ਉਹਨਾਂ ਨੇ ਤੇ ਇਸ ਗੱਲ ਨੂੰ ਬ੍ਰੇਕ ਵੀ ਕਰਤਾ ਹੈ ਕਿ ਸਿੱਧੂ ਨੂੰ ਪੀਪੀਸੀਸੀ ਦਾ ਪ੍ਰਧਾਨ ਬਣਾਇਆ ਜਾ ਰਿਹਾ ਹੈ। ਹੁਣ ਪੀਪੀਸੀਸੀ ਪ੍ਰਧਾਨ ਬਣਾਏ ਜਾਣੇ ਤੋਂ ਬਾਅਦ ਕਿ ਕੈਪਟਨ ਉਹਨਾਂ ਨੂੰ ਇਹ ਗੱਲ ਐਕਸੈਪਟ ਹੋਏਗੀ? ਕਿਉਂਕਿ ਕੈਪਟਨ ਉਹਨਾਂ ਨੇ ਜਿਹੜੀ ਕੱਲ ਹਿੰਦੂ ਲੀਡਰਸ ਦੀ ਮੀਟਿੰਗ ਬੁਲਾਈ ਸੀ ਕਾਂਗਰਸ ਦੇ, ਉਹਦੇ ਵਿੱਚ ਖਾਸ ਤੌਰ ਤੇ ਸਿੱਧੂ ਦੇ ਪ੍ਰਧਾਨ ਬਣਾਏ ਜਾਣ ਦੇ ਉੱਤੇ ਇੱਕ ਆਬਜੈਕਸ਼ਨ ਵੀ ਛੱਡਿਆ ਸੀਗਾ ਔਰ ਉਹ ਆਬਜੈਕਸ਼ਨ ਸੀਗਾ ਕਿ ਹਿੰਦੂਆਂ ਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ। ਇਹ ਵੀ ਇੱਕ ਕਾਂਗਰਸ ਦੀ ਇੰਟਰਨਲ ਰਾਜਨੀਤੀ ਦਾ ਪਾਰਟ ਸੀਗਾ। ਹਾਲਾਂਕਿ ਕਾਂਗਰਸ ਦੇ ਵਿੱਚ ਕਦੀ ਵੀ ਹਿੰਦੂ, ਸਿੱਖ, ਜੱਟ ਇਸ ਮੁੱਦੇ ਦੇ ਉੱਤੇ ਕਦੀ ਰਾਜਨੀਤੀ ਹੁੰਦੀ ਨਹੀਂ, ਪਰ ਪਹਿਲੀ ਵਾਰ ਹੈਗਾ ਕਿ ਇਹ ਗੱਲ ਕੀਤੀ ਜਾ ਰਹੀ ਹੈ ਕਿ ਹਿੰਦੂ ਨੂੰ ਅਵੋਇਡ ਨਹੀਂ ਕੀਤਾ ਜਾ ਸਕਦਾ, ਇਗਨੋਰ ਨਹੀਂ ਕੀਤਾ ਜਾ ਸਕਦਾ। ਇਸ ਕਰਕੇ ਪੀਪੀਸੀਸੀ ਪ੍ਰਧਾਨ ਕਿਸੇ ਹਿੰਦੂ ਲੀਡਰ ਨੂੰ ਲਾਇਆ ਜਾਏ ਔਰ ਕੈਪਟਨ ਅਮਰਿੰਦਰ ਸਿੰਘ ਨੇ ਤਾਂ 2-3 ਨਾਂ ਵੀ ਪ੍ਰਪੋਜ਼ ਕਰਤੇ ਥੇ ਮੀਡੀਆ ਦੇ ਰਾਹੀਂ, ਪਰ ਉਹਨਾਂ ਨਾਵਾਂ ਤੇ ਹਜੇ ਤੱਕ ਕੋਈ ਗੱਲ ਅੱਗੇ ਤੁਰੀ ਨਹੀਂ। ਪਰ ਜਿਹੜੀ ਗੱਲ ਹੁਣ ਫਾਈਨਲ ਹੋ ਰਹੀ ਹੈ ਕਿ ਸਿੱਧੂ ਉਹਨਾਂ ਨੂੰ ਦਿੱਲੀ ਰੋਕਿਆ, ਕੈਪਟਨ ਸਾਹਿਬ ਨੂੰ ਦਿੱਲੀ ਬੁਲਾਇਆ ਗਿਆ, ਤੇ ਇਸ ਸਾਰੀ ਅੰਤਰਕਲਾ ਦਾ ਫੈਸਲਾ ਜਾਂ ਜੋ ਵੀ ਹਾਈਕਮਾਂਡ ਦਾ ਫੈਸਲਾ ਹੋਏਗਾ ਉਹ 1 ਜਾਂ 2 ਦਿਨਾਂ ਦੇ ਵਿੱਚ ਬਾਹਰ ਆਉਣ ਦੀ ਪੂਰੀ ਉਮੀਦ ਹੈਗੀ ਹੈ। ਕਾਂਗਰਸ ਦੇ ਵਿੱਚ ਸਰਗਰਮੀਆਂ ਵੱਧ ਗਈਆਂ, ਕਾਂਗਰਸ ਲੀਡਰ ਆਪਸ ਵਿੱਚ ਡਿਸਕਸ਼ਨ ਕਰ ਰਹੇ ਨੇ। ਕਿਸੇ ਵੀ ਕਾਂਗਰਸ ਲੀਡਰ ਨੂੰ ਅਗਰ ਮੀਡੀਆ ਇਹ ਸਵਾਲ ਪੁੱਛਦਾ ਹੈ ਕਿ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ, ਸਿੱਧੂ ਉਹਨਾਂ ਨੂੰ ਪ੍ਰਧਾਨ ਬਣਾਇਆ ਜਾ ਰਿਹਾ ਹੈ, ਇਸ ਗੱਲ ਦਾ ਸਿੱਧਾ ਅਪੋਜ਼ ਤਾਂ ਨਹੀਂ ਕਰਦੇ। ਉਹ ਇੱਕੋ ਹੀ ਗੱਲ ਕਹਿੰਦੇ ਨੇ, ਕਾਂਗਰਸ ਹਾਈਕਮਾਂਡ ਜਿਹਨੂੰ ਵੀ ਚਾਹੇਗੀ ਉਹਨੂੰ ਪ੍ਰਧਾਨ ਬਣਾ ਦੇਗੀ, ਜਿਹਨੂੰ ਵੀ ਜਿਹੜੀ ਪੋਸਟ ਦੇਣੀ ਹੈ ਉਹ ਕਾਂਗਰਸ ਹਾਈਕਮਾਂਡ ਦਾ ਪ੍ਰੈਰੋਗੇਟਿਵ ਹੈਗਾ। ਯਾਨੀ ਇਹ ਗੱਲ ਸਾਫ਼ ਤੈਅ ਵੇ ਕਿ ਇਸ ਗੱਲ ਦਾ ਵਿਰੋਧ ਹੋਇਆ ਜਾਂ ਹੋਏਗਾ, ਉਹ ਗੱਲ ਲੱਗਦੀ ਨਹੀਂ। ਜੋ ਫੈਸਲਾ ਹਾਈਕਮਾਂਡ ਦਾ ਹੋਏਗਾ ਉਹਦੇ ਵਿੱਚ ਤਕਰੀਬਨ ਸਾਰੇ ਕਾਂਗਰਸੀ ਮੋਹਰ ਲਾ ਸਕਦੇ ਨੇ। ਹੁਣ ਅੱਗੇ ਜਲਦੀ ਇਹ ਗੱਲ ਜੀ ਬੋਲੋ। ਕਾਂਗਰਸ ਕਲਚਰ ਦੇ ਵਿੱਚ ਵੈਸੇ ਇਹ ਤੁਹਾਡੀ ਗੱਲ ਠੀਕ ਹੈ ਕਿ ਇਸ ਤਰ੍ਹਾਂ ਦਾ ਪੱਕਾ ਠੱਕਾ ਕੁਝ ਨਹੀਂ ਹੁੰਦਾ ਕਿ ਇਹਦੇ ਚ ਦਲਿਤ ਜਾਂ ਇਹਦੇ ਵਿੱਚ ਹਿੰਦੂ ਜਾਂ ਸਿੱਖ ਜਾਂ ਜੱਟ, ਲੇਕਿਨ ਧਾਰਨਾਵਾਂ ਨੇ ਕਿ ਪੰਜਾਬ ਦਾ ਮੁੱਖ ਮੰਤਰੀ ਅਕਸਰ ਜੱਟ ਹੀ ਬਣਦਾ ਆ। ਇਹਨੂੰ ਹੁਣ ਕਿਉਂਕਿ ਵੋਟ ਬੈਂਕ ਦੀ ਰਾਜਨੀਤੀ ਸੀ, ਭਾਜਪਾ ਨੇ ਦਲਿਤ ਪੱਤਾ ਖੇਡਿਆ, ਹਿੰਦੂ ਪੱਤਾ ਤਾਂ ਖੇਡਦੇ ਹੀ ਆ,
ਇਸੇ ਤਰੀਕੇ ਨਾਲ ਸੁਖਬੀਰ ਨੇ ਖੇਡਿਆ, ਫਿਰ ਆ ਕੇ ਕੇਜਰੀਵਾਲ ਨੇ ਕਿਹਾ। ਹੁਣ ਕਾਂਗਰਸ ਦੀ ਅਣਸਰ ਦੀ ਲੋੜ ਬਣ ਗਈ ਆ ਕਿ ਵੱਖ-ਵੱਖ ਵਰਗ ਵਿਸ਼ੇਸ਼ ਜਿਹੜੇ ਆ ਉਹਨਾਂ ਨੂੰ ਤਵੱਜੋ ਹੀ ਨਹੀਂ ਦੇਣ, ਉਹਨਾਂ ਨੂੰ ਸਾਫ਼ ਨਜ਼ਰ ਵੀ ਆਉਣਾ ਚਾਹੀਦਾ, ਕਿਸੇ ਨੂੰ ਡਿਪਟੀ ਸੀਐਮ ਬਣਾ ਕੇ, ਕਿਸੇ ਨੂੰ ਕਾਰਜਕਾਰੀ ਪ੍ਰਧਾਨ ਬਣਾ ਕੇ, ਕਿਸੇ ਨੂੰ ਨਾਲ ਸਹਿ ਪ੍ਰਧਾਨ ਬਣਾ ਕੇ। ਮੈਨੂੰ ਇੰਝ ਲੱਗਦਾ ਕਿ ਹੋ ਸਕਦਾ ਜੇ ਡਿਪਟੀ ਸੀਐਮ ਬਣਾਉਣ ਦੀ ਗੱਲ ਆਈ ਤਾਂ ਉਹ ਵੀ ਇੱਕ ਤੋਂ ਵੱਧ ਬਣਨਗੇ, ਲੇਕਿਨ ਉਸ ਤੋਂ ਵੀ ਵੱਡਾ ਸਵਾਲ ਹੈ ਕਿ ਕਾਂਗਰਸ ਦੀ ਅੰਦਰ ਦੀ ਕਲੇਸ਼ ਕਿਵੇਂ ਖਤਮ ਹੋਵੇ। ਪ੍ਰਤਾਪ ਸਿੰਘ ਬਾਜਵਾ ਨੂੰ ਲੈ ਕੇ ਵੀ ਗੱਲ ਤੁਰਦੀ ਰਹੀ ਕਿ ਪ੍ਰਤਾਪ ਸਿੰਘ ਬਾਜਵਾ ਹਾਈਕਮਾਂਡ ਦੇ ਵਿੱਚ ਸਰਗਰਮ ਵੀ ਹੋਏ, ਲੇਕਿਨ ਪ੍ਰਤਾਪ ਸਿੰਘ ਬਾਜਵਾ ਪਹਿਲਾਂ ਮਾਝਾ ਬ੍ਰਿਗੇਡ ਜਿਹੜੀ ਸੀ ਸੁਖਜਿੰਦਰ ਸਿੰਘ ਰੰਧਾਵਾ ਔਰ ਉਸ ਤੋਂ ਉਹਨਾਂ ਦੇ ਨਾਲ ਚੰਨੀ ਵੀ ਸੀਗੇ, ਪ੍ਰਗਟ ਸਿੰਘ ਸੀਗੇ ਔਰ ਬਾਕੀ ਲੋਕਾਂ ਦੇ ਨਾਲ ਤੁਰੇ। ਫਿਰ ਉਹ ਕੈਪਟਨ ਕੈਂਪ ਚ ਆ ਗਏ। ਕੈਪਟਨ ਕੈਂਪ ਦੇ ਵਿੱਚ ਫਿਰ ਥੋੜੀ ਦੇਰ ਰਹਿਣ ਤੋਂ ਬਾਅਦ ਫਿਰ ਉਹਨਾਂ ਨੇ ਆਪਣੇ ਭਰਾ ਨੂੰ ਉਹ ਅਹੁਦਾ ਜਿਹੜਾ ਮਿਲਿਆ ਸੀਗਾ, ਉਹਦੇ ਭਤੀਜੇ ਨੂੰ, ਜਿਹੜਾ SHO ਵਾਲਾ, ਉਹ ਛੱਡਣ ਲਈ ਕਹਿਤਾ। ਜਿਹੜੀ ਸਮੀਕਰਨ ਬਣ ਰਿਹਾ ਇਹਦੇ ਵਿੱਚ ਕੋਈ ਪੱਕਾ ਕਿਸੇ ਨਾਲ ਖਲੋਤਾ ਨਹੀਂ। ਜਿਹੜਾ ਵੀ ਫੈਸਲਾ ਹੋਊਗਾ ਉਹਦੇ ਨਾਲ ਤੁਰਨ ਦੀ ਗੱਲ, ਤੁਹਾਡੀ ਗੱਲ ਪੱਕੀ ਆ। ਕਾਂਗਰਸ ਕਲਚਰ ਇਹ ਕਹਿੰਦਾ ਕਿ ਜਿਹਦਾ ਜਲਵਾ ਹੈ ਉਹਦੇ ਨਾਲ ਸਾਰੇ, ਉਹਦੀ ਪੈੜ 'ਚ ਸਭ ਦੇ ਪੈਰ ਆ। ਹੁਣ ਇਸ ਵੇਲੇ ਦਿੱਲੀ 'ਚ ਇਹ ਦੋ ਬੰਦੇ ਜਿਹੜੇ ਲਗਾਤਾਰ ਕਾਂਗਰਸ ਲਈ ਮੁਸੀਬਤ ਬਣ ਗਿਆ, ਸਿੱਧੂ ਔਰ ਕੈਪਟਨ, ਦੋਨਾਂ ਦੀ ਜਿੱਦ ਨੇ ਇਸ ਲੜਾਈ ਨੂੰ ਏਡਾ ਵੱਡਾ ਕਰਤਾ ਕਿ ਪੂਰਾ ਗਾਂਧੀ ਪਰਿਵਾਰ ਮਿਲ ਕੇ ਵੀ ਇਹਨੂੰ ਸੁਲਝਾਉਣ ਦੇ ਸਮਰੱਥ ਨਹੀਂ ਹੋ ਪਾ ਰਿਹਾ। ਇੱਕ ਜਣਾ ਥੋੜਾ ਜਿਹਾ ਮੰਨਦਾ ਹੈ ਤੇ ਦੂਜਾ ਉਸ ਗੱਲ ਨੂੰ ਨਹੀਂ ਮੰਨਦਾ। ਹੁਣ ਕਿਹੜੇ ਮੁੱਦੇ ਤੇ ਇਕੱਠੇ ਹੋ ਸਕਦੇ, ਲੋਕਾਂ ਦਾ ਆਮ ਸਵਾਲ ਕਿ ਸਿੱਧੂ ਨੇ ਔਰ ਕੈਪਟਨ ਨੇ ਜੇ ਸੇਮ ਪੇਜ ਤੇ ਨਜ਼ਰ ਆਉਣਾ ਹੋਵੇ ਤਾਂ ਉਹ ਕਿਹੜਾ ਪੇਜ ਹੈ, ਉਹ ਕਿਹੜੀਆਂ ਸ਼ਰਤਾਂ ਨੇ, ਉਹ ਕਿੱਥੇ ਇੱਕ ਦੂਜੇ ਨੂੰ ਪਿਓ ਪੁੱਤ ਕਹਿਣਗੇ। ਇਹ ਬਹੁਤ ਵੱਡਾ ਸਵਾਲ ਆ। ਕੀ ਨਵਜੋਤ ਸਿੰਘ ਸਿੱਧੂ ਇਹ ਕਹਿੰਦੇ ਨਜ਼ਰ ਆਉਣਗੇ ਕਿ ਜਿਹੜੇ ਮੈਂ ਮਸਲੇ ਉਠਾਏ ਸੀ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਹੱਲ ਕਰਨ ਵੱਲ ਤੁਰ ਪਏ ਆ। ਕੈਪਟਨ ਅਮਰਿੰਦਰ ਸਿੰਘ ਨੇ ਤਰਜੀਹੀ ਆਧਾਰ ਤੇ ਉਹ ਮਸਲੇ ਹੱਥ 'ਚ ਲੈ ਲਏ ਨੇ, ਇਸ ਕਰਕੇ ਹੁਣ ਮੇਰਾ ਕੈਪਟਨ ਅਮਰਿੰਦਰ ਸਿੰਘ ਨਾਲ ਕੋਈ ਇਖਤਲਾਫਾਤ ਨਹੀਂ। ਉਹ ਕਹਿਣਗੇ ਘਰ ਦੇ ਵਿੱਚ ਲੜਾਈ ਹੁੰਦੀ ਹੈ, ਭਾਂਡੇ ਖੜਕਦੇ ਹੁੰਦੇ। ਕੀ ਇਦਾਂ ਕਹਿ ਕੇ ਪਿਓ ਪੁੱਤ ਦੀ ਰਾਜਨੀਤੀ ਅੱਗੇ ਵੱਧ ਜਾਊਗੀ? ਤੁਹਾਨੂੰ ਲੱਗਦਾ ਹੈ ਕਿ ਸਿੱਧੂ ਕੋਲ ਵੀ ਹੁਣ ਬਹੁਤੇ ਚਾਂਸ ਜਾਂ ਬਹੁਤੇ ਮੌਕੇ ਜਾਂ ਬਹੁਤੀਆਂ ਆਪਸ਼ਨਸ ਨਹੀਂ ਬਚੀਆਂ? ਸੋ ਇਸ ਵੇਲੇ ਇੱਕ ਤਰ੍ਹਾਂ ਨਾਲ ਦੋਨਾਂ ਨੂੰ ਇਕੱਠਿਆਂ ਕਰਨ ਦੀ ਰਾਜਨੀਤੀ ਹੋ ਰਹੀ ਹੈ ਔਰ ਇਹਨਾਂ ਦੋਨਾਂ ਕੋਲ ਇਕੱਠੇ ਹੋਏ ਬਿਨਾਂ ਕੋਈ ਰਸਤਾ ਵੀ ਨਹੀਂ ਬਚਿਆ ਜੇ ਕਾਂਗਰਸ ਦੇ ਵਿੱਚ ਹੀ ਰਹਿਣਾ। ਤੁਹਾਨੂੰ ਲੱਗਦਾ ਅਣਸਰ ਦੀ ਲੋੜ ਹੋਊਗੀ ਦਿੱਲੀ ਦੇ ਵਿੱਚ? ਇਹ ਦੋਨੇ ਇੱਕ ਜਗ੍ਹਾ ਬੈਠੇ ਫੋਟੋ ਖਿਚਾ ਸਕਦੇ ਇੱਕ ਦੂਜੇ ਦੇ ਮੋਢੇ ਤੇ ਹੱਥ ਰੱਖ ਕੇ, ਜਾਂ ਖਲੋਤਿਆਂ ਜੱਫੀ ਪਾ ਕੇ ਆਸ-ਪਾਸ ਪ੍ਰਿਯੰਕਾ ਸੋਨੀਆ ਜਾਂ ਉਹਨਾਂ ਦਾ ਪੁੱਤਰ ਰਾਹੁਲ ਗਾਂਧੀ ਖੜੇ ਹੋਣ? ਇਸ ਤਰ੍ਹਾਂ ਦੀ ਸੰਭਾਵਨਾ ਤੋਂ ਇਨਕਾਰ ਕਰਦੇ ਹੋ ਜਾਂ ਇਹਦੇ ਨਾਲ ਤੁਰਦੇ ਹੋ? ਇਸ ਤਰ੍ਹਾਂ ਦੀ ਸੰਭਾਵਨਾ ਤੋਂ ਤੇ ਇਨਕਾਰ ਕਰਦੇ, ਕਾਰਨ ਕਿ ਜਿਹੜੀ ਲੜਾਈ ਕੈਪਟਨ ਅਮਰਿੰਦਰ ਸਿੰਘ ਤੇ ਸਿੱਧੂ ਦੀ ਹੈਗੀ ਹੈ ਉਹ ਇੰਨੀ ਕੁ ਉੱਤੇ ਜਾ ਚੁੱਕੀ ਹੈ ਕਿ ਪਰਸਨਲ ਐਲੀਗੇਸ਼ਨ ਦੀ ਕਸਰ ਹੀ ਰਹਿ ਗਈ। ਬਾਕੀ ਰਲੇ ਹੋਣ ਦੀ ਗੱਲ, 75-25 ਦੀ ਗੱਲ, ਔਰ ਅੱਜ ਵੀ ਜਿਹੜੇ ਸਿੱਧੂ ਉਹਨਾਂ ਨੇ ਟਵੀਟ ਛੱਡੇ ਨੇ ਉਹ ਸਿੱਧਾ ਕੈਪਟਨ ਦੇ ਉੱਤੇ ਅਟੈਕ ਹੀ ਹੈਗਾ। ਖਾਸ ਕਰਕੇ ਆਪਣੀ ਕਾਂਗਰਸ ਸਰਕਾਰ, ਕੈਪਟਨ ਸਰਕਾਰ ਜਿਹਨੂੰ ਕਹਿੰਦੇ ਆਪਾਂ, ਉਹਦੇ ਉੱਤੇ ਅਟੈਕ ਹੈਗਾ। ਇੱਦਾਂ ਦੇ ਹਾਲਾਤ ਵਿੱਚ ਲੱਗਦਾ ਤੇ ਨਹੀਂ, ਕਿਉਂਕਿ ਜੋ ਲੜਾਈ ਇਸ ਸਤਰ ਤੱਕ ਪਹੁੰਚ ਗਈ ਹੈ ਕਿ ਜਾਂ ਸਿੱਧੂ ਨਹੀਂ ਜਾਂ ਕੈਪਟਨ ਨਹੀਂ। ਕੈਪਟਨ ਇਹ ਕਹਿ ਚੁੱਕੇ ਨੇ ਕਿ ਸਿੱਧੂ ਵਾਸਤੇ ਮੇਰੇ ਦਰਵਾਜ਼ੇ ਹਮੇਸ਼ਾ ਵਾਸਤੇ ਬੰਦ ਹੋ ਚੁੱਕੇ ਨੇ, ਔਰ ਸਿੱਧੂ ਉਹਨਾਂ ਇਹ ਗੱਲ ਕਹਿ ਚੁੱਕੇ ਨੇ ਕਿ ਇਹਨਾਂ ਦੀ ਨੀਅਤ ਹੀ ਖਰਾਬ ਹੈ ਔਰ ਇਸ ਕਰਕੇ ਹੀ ਕਿਸੇ ਵੀ ਮੁੱਦੇ ਦਾ ਹੱਲ ਹਜੇ ਤੱਕ ਨਹੀਂ ਹੋ ਚੁੱਕਿਆ। ਲੇਕਿਨ ਜਿਹੜੇ ਮੁੱਦੇ ਹੁਣ 18 ਪ੍ਰੋਗਰਾਮ ਜਿਹੜੇ ਪੁਆਇੰਟ ਪ੍ਰੋਗਰਾਮ ਦਿੱਤਾ ਹੈ ਉਹਦੇ ਵਿੱਚ 3-4 ਮੁੱਦੇ ਇੱਦਾਂ ਦੇ ਹੈਗੇ ਨੇ ਜਿਹਦੇ ਵਿੱਚ ਕੈਪਟਨ ਸਾਹਿਬ ਚਾਹਣ ਵੀ ਤੇ ਇੰਨੀ ਛੇਤੀ ਕੁਝ ਨਹੀਂ ਕਰ ਸਕਦੇ, ਕਿਉਂਕਿ ਜਦ ਤੁਸੀਂ 4.5 ਸਾਲ ਤੱਕ ਕੁਝ ਨਹੀਂ ਕੀਤਾ, ਰਾਦਰ ਉਸ ਗੇਮ ਨੂੰ ਖਰਾਬ ਕੀਤਾ, ਉਸ ਇਨਵੈਸਟੀਗੇਸ਼ਨ ਨੂੰ ਸੈਬੋਟੇਜ ਕੀਤਾ। ਹੁਣ ਦੇਖੋ, ਫਾਰ ਦਾ ਟਾਈਮ ਬੀਇੰਗ ਭਾਸਕਰ ਸਾਹਿਬ, ਜਦੋਂ ਇਹਨਾਂ ਨੇ ਕਿਸੇ ਇੱਕ ਮੁੱਦੇ ਤੇ ਸਹਿਮਤ ਹੋਣਾ ਤੇ ਸਿੱਧੂ ਕੋਲ ਇਹ ਕਹਿਣ ਤੋਂ ਬਿਨਾਂ ਕੋਈ ਚਾਰਾ ਨਹੀਂ ਹੋਊਗਾ ਕਿ ਜਿਹੜੇ ਮਸਲੇ ਮੈਂ, ਕਿਉਂਕਿ ਸਿੱਧੂ ਨੇ ਇੱਕ ਸਮੇਂ ਸਾਫ਼ ਕਿਹਾ ਸੀ ਕਿ ਮੈਨੂੰ ਕੋਈ ਅਹੁਦਾ ਨਹੀਂ ਚਾਹੀਦਾ, ਮੇਰਾ ਆ ਤੇਰਾ ਮੈਂ ਨੁਕਾਤੀ ਪ੍ਰੋਗਰਾਮ ਹੈ, ਇਹਨੂੰ ਅਡਾਪਟ ਕਰੋ, ਮੈਂ ਬਿਨਾਂ ਅਹੁਦੇ ਤੋਂ ਨਾਲ ਖੜਾ ਹਾਂ, ਪੂਰੀ ਤਰ੍ਹਾਂ ਖੜਾ। ਲੇਕਿਨ ਜੇਕਰ ਹੁਣ ਕਾਂਗਰਸ ਹਾਈਕਮਾਂਡ ਦਾ ਪ੍ਰੈਸ਼ਰ ਜਾਂ ਕਿਸੇ ਇੱਕ ਸਹਿਮਤੀ ਵਾਲੀ ਜਗ੍ਹਾ ਤੇ ਕੰਪੇਨ ਕਮੇਟੀ ਦਾ ਚੇਅਰਮੈਨ ਨਾਲ ਡਿਪਟੀ ਸੀਐਮ ਜਾਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਹੋਣ ਦੀ ਹੈਸੀਅਤ ਦੇ ਵਿੱਚ ਵੀ, ਕਿਉਂਕਿ ਸਹਿਮਤੀ ਤਾਂ ਬਣਾਉਣੀ ਪਊਗੀ, ਇੱਕ ਨੂੰ ਰੱਖਦਾ ਹੈ ਤੇ ਦੂਜਾ ਬਾਹਰ ਜਾਂਦਾ। ਇਸ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਬਤੌਰ ਮੁੱਖ ਮੰਤਰੀ ਅਸਤੀਫਾ ਦੇਣ ਵਾਲੇ ਤਾਂ ਹੈ ਨਹੀਂ ਜੇ ਕਾਂਗਰਸ ਹਾਈਕਮਾਂਡ ਉਹਨਾਂ ਨੂੰ ਮੁੱਖ ਮੰਤਰੀ ਵਜੋਂ ਨਹੀਂ ਲਾਉਂਦੀ, ਔਰ ਸਿੱਧੂ ਨੂੰ ਜੇਕਰ ਪ੍ਰਧਾਨ ਬਣਾਤਾ ਜਾਂਦਾ ਤਾਂ ਕੈਪਟਨ ਕੋਸ਼ਿਸ਼ ਕਰਨਗੇ ਕਿ ਸਿੱਧੂ ਨੂੰ ਮੈਂ ਪ੍ਰਧਾਨ ਵਜੋਂ ਚੱਲਣ ਨਾ ਦਿਆਂ, ਫੇਲ ਕਰ ਦਿਆਂ। ਲੇਕਿਨ ਸਿੱਧੂ ਕੋਲ ਮੌਕਾ ਬੜਾ ਵੱਡਾ ਹੋਊਗਾ, ਉਹ ਅੱਗੇ ਨਾਲੋਂ ਜ਼ਿਆਦਾ ਹਮਲਾਵਰ ਹੋ ਸਕਦੇ ਆ, ਲੇਕਿਨ ਉਦੋਂ ਹਾਈ ਕਮਾਂਡ ਵੀ ਖੜੀ ਹੋਊਗੀ ਕਿ ਤੂੰ ਸਪੋਰਟ ਕਰਨ ਦੀ ਬਜਾਏ ਤੂੰ ਉਹਦੇ ਖਿਲਾਫ ਕਿਉਂ ਚੱਲਦਾ ਹੈ ਭਾਈ। ਸੋ ਤੁਹਾਨੂੰ ਲੱਗਦਾ ਹੈ ਕਿ ਇਹਨਾਂ ਨੂੰ ਇੱਕ ਸਮਾਨਾਂਤਰ ਸੋਚ ਦੇ ਵਿੱਚ ਲਿਆਉਣ ਲਈ ਅਜੇ ਮਸ਼ੱਕਤ ਬਹੁਤ ਕਰਨੀ ਪਊਗੀ। ਜੇਕਰ ਕਾਂਗਰਸ ਦੇ ਵਿੱਚ ਦੋਵਾਂ ਨੇ ਰਹਿਣਾ ਹੈ, ਜੇ ਨਹੀਂ ਰਹਿਣਾ ਮੰਨ ਲਓ, ਤੇ ਫਿਰ ਤਾਂ ਤੁਸੀਂ ਮੈਨੂੰ ਦੱਸੋ ਕਿ ਇਹਨਾਂ ਲਈ ਰਸਤਾ ਕੀ ਬਚਿਆ ਦੋਵਾਂ ਲਈ? ਦੋਨਾਂ ਚੋਂ ਇੱਕ ਨੇ ਵਿੱਚ ਰਹਿਣਾ, ਬਾਹਰ ਜਾਣਾ, ਤੁਹਾਨੂੰ ਕੀ ਲੱਗਦਾ ਹੈ? ਕਿਉਂਕਿ ਜਿਹੜਾ ਨਵਜੋਤ ਸਿੰਘ ਸਿੱਧੂ ਦਾ ਅੱਜ ਦਾ ਪਹਿਲੂ ਆ ਦਿੱਲੀ ਮਾਡਲ ਨੂੰ ਸਪੋਰਟ ਕਰਨਾ, ਭਾਵੇਂ ਬਿਜਲੀ ਮਾਮਲਿਆਂ 'ਚ ਹੀ ਆ, ਅਗਲੇ ਦਿਨਾਂ 'ਚ ਜਿਨ੍ਹਾਂ ਨਾਲ ਲੜਾਈ ਹੋਣ ਵਾਲੀ ਆ
ਉਹਨਾਂ ਦੀ ਲਾਈਨ ਦੇ ਵਿੱਚ ਖਲੋਤੇ ਨਜ਼ਰ ਆਉਣਾ ਵੀ ਇੱਕ ਬਹੁਤ ਵੱਡਾ ਸਿਆਸੀ ਤੀਰ ਵੀ ਹੋ ਸਕਦਾ ਹੈ। ਇਹ ਕੋਈ ਗਲਤੀ ਨਹੀਂ, ਸਿੱਧੂ ਜਾਣੇ ਅਣਜਾਣੇ 'ਚ ਗਲਤੀ ਨਹੀਂ ਕਰ ਸਕਦੇ, ਇਹ ਬਹੁਤ ਵੱਡਾ ਸੋਚ ਸਮਝ ਕੇ ਲਿਆ ਕਦਮ ਹੋ ਸਕਦਾ ਹਾਈ ਕਮਾਂਡ ਨੂੰ ਦਿਖਾਉਣ ਲਈ ਵੀ ਤੇ ਪੰਜਾਬ ਦੇ ਵਿੱਚ ਲੋਕਾਂ ਨੂੰ ਦੱਸਣ ਲਈ ਵੀ ਕਿ ਮੈਂ ਸੱਚ ਦੇ ਨਾਲ ਖਲੋਤਾ। ਸਿੱਧੂ ਦੀ ਦੁਸ਼ਮਣੀ ਬਾਦਲ ਕਿਆਂ ਨਾਲ ਕਿੰਨੀ ਕੁ ਹੈਗੀ ਹੈ ਹਰ ਕੋਈ ਜਾਣਦਾ ਹੈ। ਅੱਜ ਜਿਹੜੇ ਟਵੀਟ ਛੱਡੇ ਨੇ ਸਿੱਧੂ ਉਹਨਾਂ ਨੇ ਇੱਕ ਤੀਰ ਤੋਂ ਦੋ ਨਿਸ਼ਾਨੇ ਮਾਰੇ ਨੇ। ਪਹਿਲਾ ਕਿ ਬਾਦਲ ਕਿਆਂ ਦੇ ਟਾਈਮ ਜਿਹੜੇ ਬਿਜਲੀ ਸਮਝੌਤੇ ਹੋਏ, ਪਾਵਰ ਪਰਚੇਜ਼ ਐਗਰੀਮੈਂਟ ਹੋਏ, ਉਹ ਫਾਲਟੀ ਸੀਗੇ, ਇਹ ਸਾਰੇ ਜਾਣਦੇ ਨੇ। ਉਹਨਾਂ ਨੂੰ ਹਜੇ ਤੱਕ ਰਿਵਿਊ ਜਾਂ ਉਹਨਾਂ ਨੂੰ ਰਿਵੋਕ ਜੋ ਵੀ ਇਹਦਾ ਰਿਵਿਊ ਕਰਨਾ ਸੀਗਾ ਉਹ ਕਿਉਂ ਨਹੀਂ ਕੀਤਾ, ਇਸ ਗੱਲ ਦੇ ਉੱਤੇ ਉਹਨਾਂ ਨੇ ਟਵੀਟ ਛੱਡੇ ਨੇ। ਸੀਰੀਜ਼ ਆਫ ਟਵੀਟ ਹੈ, 9 ਉਸ ਥ੍ਰੈਡ ਦੇ ਵਿੱਚ ਟਵੀਟ ਨੇ। ਉਹ ਸ਼ੁਰੂ ਹੁੰਦੇ ਨੇ ਕੈਪਟਨ ਸਾਹਿਬ ਦੇ ਕੱਲ ਦੇ ਆਰਡਰ ਦੇ ਉੱਤੋਂ ਕਿ ਜਿਹੜੇ ਏਸੀ ਬੰਦ ਕੀਤੇ ਨੇ, ਦਫ਼ਤਰ ਬੰਦ ਕੀਤੇ ਨੇ, ਇਹ ਕੋਈ ਮਸਲੇ ਦਾ ਹੱਲ ਨਹੀਂ ਹੈਗਾ। ਜਿਹੜੇ ਪਾਵਰ ਪਰਚੇਜ਼ ਐਗਰੀਮੈਂਟ ਬਾਦਲ ਕਿਆਂ ਦੇ ਟਾਈਮ ਵਿੱਚ ਹੋਏ ਸੀਗੇ ਉਹਦੇ ਵਿੱਚ ਫਾਲਟ ਹੈਗਾ, ਉਹਦੇ ਵਿੱਚ ਸਰਕਾਰ ਨੇ ਆਪਣੇ ਹੱਥ ਕੱਟ ਕੇ ਪਾਵਰ ਕੰਪਨੀਜ਼ ਨੂੰ ਦਿੱਤੇ ਹੋਏ ਨੇ। ਇਹ ਗੱਲ ਉਹਨਾਂ ਨੇ ਕੀਤੀ ਔਰ ਇੱਥੇ ਤੱਕ ਕਿ ਰੇਟ ਵੀ ਮੈਂਸ਼ਨ ਕੀਤਾ ਹੈ ਕਿ 5 ਰੁਪਏ ਤੋਂ ਵੱਧ ਜਿਹੜਾ ਪੰਜਾਬ ਹੈ ਉਹ ਪਾਵਰ ਖਰੀਦ ਰਿਹਾ, ਜਦਕਿ ਦੂਜੇ ਸੂਬੇ ਨੈਸ਼ਨਲ ਗ੍ਰਿਡ ਤੋਂ 3 ਰੁਪਏ 40 ਪੈਸੇ 3 ਰੁਪਏ 44 ਪੈਸੇ ਦੇ ਹਿਸਾਬ ਨਾਲ ਪਾਵਰ ਖਰੀਦਦੇ ਨੇ। ਜੇ ਅਸੀਂ ਇੰਨੀ ਮਹਿੰਗੀ ਪਾਵਰ ਖਰੀਦ ਕੇ ਲੋਕਾਂ ਨੂੰ ਦੇ ਰਹੇ ਹਾਂ ਤੇ ਅਸੀਂ ਤੇ ਵਾਕਈ 9000 ਕਰੋੜ ਦੇ ਕਰੀਬ ਅਸੀਂ ਪਾਵਰ ਜਿਹੜੇ ਪਲਾਂਟ ਹੈਗੇ ਆ ਉਹਨਾਂ ਨੂੰ ਫਿਕਸਡ ਚਾਰजेस ਦੇ ਰੂਪ ਵਿੱਚ ਦੇ ਰਹੇ ਨੇ। ਜੇ ਇਹ ਪੈਸੇ ਬਚਾਏ ਜਾ ਸਕਦੇ ਔਰ ਕਿੱਦਾਂ ਬਚਾਏ ਜਾ ਸਕਦੇ ਇਹ ਵੀ ਸੋਲੂਸ਼ਨ ਉਹਨਾਂ ਨੇ ਇੱਕ ਟਵੀਟ ਵਿੱਚ ਦਿੱਤਾ ਹੈ ਕਿ ਉਹਨਾਂ ਨੇ ਇਹ ਸੁਜੈਸਟ ਕੀਤਾ ਹੈ ਕਿ ਇੱਕ ਸਪੈਸ਼ਲ ਸੈਸ਼ਨ ਬੁਲਾਉਣਾ ਚਾਹੀਦਾ ਅਸੈਂਬਲੀ ਦਾ, ਨਵਾਂ ਲੈਜਿਸਲੇਸ਼ਨ ਬਣਾਉਣਾ ਚਾਹੀਦਾ ਹੈ ਜਿਹਦੇ ਹਿਸਾਬ ਨਾਲ ਰੈਟਰੋਸਪੈਕਟਿਵ ਇਫੈਕਟ ਤੋਂ ਇਹ ਸਾਰੇ ਪਾਵਰ ਪਰਚੇਜ਼ ਐਗਰੀਮੈਂਟ ਨੂੰ ਰੱਦ ਕਰਨਾ ਚਾਹੀਦਾ ਹੈ। ਕਿਉਂਕਿ ਅਗਰ ਅਸੀਂ ਇਹਨਾਂ ਐਗਰੀਮੈਂਟ ਦੇ ਵਿੱਚ ਕੋਰਟ ਵਿੱਚ ਜਾਂਦੇ ਹਾਂ ਤੇ ਕੋਰਟ ਵੱਲੋਂ ਉਸ ਪਾਵਰ ਪਰਚੇਜ਼ ਐਗਰੀਮੈਂਟ ਨੂੰ ਕਾਫੀ ਪ੍ਰੋਟੈਕਸ਼ਨ ਮਿਲੀ ਹੋਈ ਹੈ ਜਿਹਦਾ ਫਾਇਦਾ ਕੰਪਨੀਆਂ ਨੂੰ ਹੋ ਸਕਦਾ ਹੈ। ਜੇ ਨਵਾਂ ਲੈਜਿਸਲੇਸ਼ਨ ਬਣਾ ਕੇ ਉਹਨਾਂ ਪਾਵਰ ਪਰਚੇਜ਼ ਐਗਰੀਮੈਂਟ ਨੂੰ ਰੱਦ ਕਰਦੇ ਹਾਂ ਤੇ ਫਿਰ ਅਸੀਂ ਅੱਗੇ ਦੀ ਰਾਹ ਖੋਲ ਸਕਦੇ ਹਾਂ। ਔਰ ਇੱਥੇ ਹੀ ਉਹਨਾਂ ਨੇ ਦਿੱਲੀ ਮਾਡਲ ਨੂੰ ਵੀ ਸਪੋਰਟ ਕੀਤਾ ਕਿਉਂਕਿ ਕੇਜਰੀਵਾਲ 300 ਯੂਨਿਟ ਫ੍ਰੀ ਹੁਣੇ ਥੋੜੇ ਦਿਨ ਪਹਿਲੇ ਦੇ ਕੇ ਅਨਾਉਂਸ ਕਰਕੇ ਗਈ ਸੀ ਕਿ ਜਿਹੜੇ ਅਗਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦੀ ਹੈ ਤੇ 300 ਯੂਨਿਟ ਹਰ ਪਰਿਵਾਰ ਨੂੰ, ਸਿਰਫ ਦਲਿਤ ਪਰਿਵਾਰ ਨੂੰ, ਹਰ ਪਰਿਵਾਰ ਨੂੰ ਮਾਫ ਹੋਏਗਾ। ਔਰ ਕੱਲ ਉਹਨਾਂ ਨੇ ਹੋਰ ਕਲੈਰੀਫਿਕੇਸ਼ਨ ਦਿੱਤੀ ਹੈ ਕਿ 300 ਯੂਨਿਟ ਤੋਂ ਬਾਅਦ ਜੇ ਕਿਸੇ ਦੇ ਇੱਕ ਮਹੀਨੇ ਦੇ ਵਿੱਚ 350 ਯੂਨਿਟ ਆਉਂਦੇ ਹੈ ਤੇ ਸਿਰਫ 50 ਯੂਨਿਟ ਦਾ ਬਿੱਲ ਦੇਣਾ ਪਏਗਾ, ਇਹ ਨਹੀਂ ਕਿ 350 ਦਾ ਯੂਨਿਟ ਬਿੱਲ। ਇਸ ਗੱਲ ਨੂੰ ਹੀ ਸਪੋਰਟ ਸਿੱਧੂ ਉਹਨਾਂ ਨੇ ਵੀ ਕੀਤਾ ਹੈ ਕਿ ਇਹ ਬੜੇ ਆਰਾਮ ਨਾਲ ਇੰਪਲੀਮੈਂਟ ਕੀਤਾ ਜਾ ਸਕਦਾ ਹੈ। ਰਾਦਰ ਜੇ ਪਾਵਰ ਪਰਚੇਜ਼ ਐਗਰੀਮੈਂਟ ਤੋਂ ਅਸੀਂ ਛੁਟਕਾਰਾ ਪਾਉਂਦੇ ਹਾਂ ਤੇ ਸਾਡੇ ਕੋਲ ਕਾਫੀ ਸਾਰੇ ਪੈਸੇ ਬਚਣਗੇ ਇਹ ਫ੍ਰੀ ਪਾਵਰ ਦੇਣ ਤੋਂ ਬਾਅਦ ਵੀ, ਜਿਹਦੇ ਰਾਹੀਂ ਅਸੀਂ ਐਜੂਕੇਸ਼ਨ ਔਰ ਹੈਲਥ ਸੈਕਟਰ ਦੇ ਉੱਤੇ ਧਿਆਨ ਦੇ ਸਕਦੇ ਹਾਂ। ਭਾਸਕਰ ਸਾਹਿਬ ਜਿਹੜੀ ਗੱਲ ਮੈਂ ਪੁੱਛੀ ਹੈ ਕਿ ਜੇ ਮੰਨ ਲਓ ਇਹਨਾਂ ਦੋਨਾਂ ਨੂੰ ਕਿਸੇ ਸੇਮ ਸੋਚ ਵਿੱਚ ਲਿਆ ਕੇ ਕਾਂਗਰਸ 'ਚ ਪੰਜਾਬ 'ਚ ਰੱਖਣਾ ਹੋਵੇ, ਅੱਗੇ ਤੋਰਨਾ ਹੋਵੇ, ਤਾਂ ਇਹ ਦੋਨੇ ਡਿਫੈਂਡ ਕਿਵੇਂ ਕਰਨਗੇ ਆਪਣੇ ਉਹ ਬਿਆਨ ਜਿਹੜੇ ਦੋਨਾਂ ਨੇ ਇੱਕ ਦੂਜੇ ਦੇ ਖਿਲਾਫ ਦਿੱਤੇ? ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਮੇਰੇ ਦਰਵਾਜ਼ੇ ਸਿੱਧੂ ਲਈ ਬੰਦ ਹੈ ਤੇ ਸਿੱਧੂ ਨੇ ਇਹ ਵੀ ਕਿਹਾ ਸੀ ਕਿ ਇਹ ਕੌਣ ਨੇ, ਇਹ ਤਾਂ ਆਪ ਜ਼ਮਾਨਤਾਂ ਜ਼ਬਤ ਕਰਾ ਕੇ ਆਏ, ਬਾਹਰੋਂ ਆਏ ਨੇ, ਕਈ ਕੁਝ ਸਿੱਧੂ ਨੇ ਕਿਹਾ ਸੀਗਾ। ਉਹਨਾਂ ਨੂੰ ਸਿਸਟਮ ਵਜੋਂ ਤਸੱਵਰ ਕੀਤਾ ਸੀ, ਸਿਸਟਮ ਦੀ ਤਸ਼ਬੀਹ ਦਿੱਤੀ ਸੀਗੀ ਔਰ ਮੇਰੇ ਖਿਆਲ ਕਿ ਕੋਈ ਗੱਲ ਬਚੀ ਨਹੀਂ ਸੀ ਜਿਹੜੀ ਇੱਕ ਦੂਜੇ ਦੇ ਖਿਲਾਫ ਨਹੀਂ ਕੀਤੀ। ਹੁਣ ਆਪਣੇ ਹੀ ਬਿਆਨਾਂ ਨੂੰ ਡਿਫੈਂਡ ਕਿਵੇਂ ਕਰਨਗੇ, ਇਕੱਠੇ ਨਜ਼ਰ ਕਿਵੇਂ ਆਉਣਗੇ, ਕਿਸ ਤਰੀਕੇ ਨਾਲ ਇਹ ਲੋਕਾਂ ਨੂੰ ਸਮਝਾਉਣਗੇ ਕਿ ਅਸੀਂ ਇਕੱਠੇ ਹਾਂ, ਸਾਡੀ ਪਿਛਲੀ ਗੱਲ ਬਹੁਤੀ ਉੱਤੇ ਤਵੱਜੋ ਨਾ ਦਿਓ ਜਾਂ ਬੇਮਾਨੇ ਆ, ਇਹ ਗੱਲ ਹੈ। ਲੇਕਿਨ ਜੇ ਦੂਜੀ ਗੱਲ ਨਾਲ ਹੀ ਦੋਨਾਂ ਦਾ ਇਕੱਠਾ ਸਵਾਲ ਦਾ ਜਵਾਬ ਮੈਂ ਚਾਹੁੰਦਾ ਹੈ ਕਿ ਜੇਕਰ ਦੋਨਾਂ ਚੋਂ ਇੱਕ ਰਹਿੰਦਾ ਤਾਂ ਉਹ ਦੂਜੇ ਦਾ ਕੀ ਬਣੂਗਾ? ਇਹ ਸਥਿਤੀ 'ਚ ਮੈਨੂੰ ਦੱਸੋ ਕਿ ਕਾਂਗਰਸ ਕਿਸ ਹਾਲ 'ਚ ਰਹੂਗੀ? ਸਭ ਤੋਂ ਪਹਿਲੇ ਤੇ ਅਗਰ ਰਾਜਨੀਤਿਕ ਚਸ਼ਮੇ ਦੇ ਰਾਹੀਂ ਦੇਖਿਆ ਜਾਏ ਤੇ ਰਾਜਨੀਤੀ ਦੇ ਵਿੱਚ ਕਿਸੇ ਵੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਜੇ ਮਾਇਆਵਤੀ ਤੇ ਅਖਿਲੇਸ਼ ਇਕੱਠੇ ਹੋ ਸਕਦੇ ਨੇ, ਜੇ ਨਿਤਿਸ਼ ਕੁਮਾਰ ਜੋ ਮੋਦੀ ਉਹਨਾਂ ਦਾ ਸਭ ਤੋਂ ਜ਼ਿਆਦਾ ਅਪੋਜ਼ ਕਰਦੇ ਸੀਗੇ, ਉਹਨਾਂ ਦਾ ਕ੍ਰਿਟਿਸਿਜ਼ਮ ਕਰਦੇ ਸੀ, ਉਹ ਮੋਦੀ ਉਹਨਾਂ ਦੇ ਨਾਲ ਲੜ ਕੇ ਇਲੈਕਸ਼ਨ ਲੜ ਸਕਦੇ ਨੇ। ਔਰ ਸ਼ਿਵ ਸੈਨਾ ਜਿਹੜੀ ਧੁਰ ਵਿਰੋਧੀ ਸੀਗੀ ਕਾਂਗਰਸ ਦੀ, ਉਹ ਮਹਾਰਾਸ਼ਟਰ ਦੇ ਵਿੱਚ ਸਰਕਾਰ ਬਣਾ ਸਕਦੇ ਨੇ। ਤੇ ਰਾਜਨੀਤੀ ਦੇ ਵਿੱਚ ਕੁਝ ਵੀ ਪੋਸੀਬਲ ਹੈਗਾ। ਨਿਤੀਸ਼ ਤੇ ਲਾਲੂ ਇਕੱਠੇ ਹੋ ਗਏ ਸੀ ਇੱਕ ਵਾਰੀ, ਨਿਤੀਸ਼ ਤੇ ਲਾਲੂ ਵੀ ਇਕੱਠੇ ਹੋ ਗਏ ਸੀਗੇ ਤੇ ਕੁਝ ਵੀ ਪੋਸੀਬਲ ਹੈਗਾ ਰਾਜਨੀਤੀ ਦੇ ਵਿੱਚ, ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਪਰ ਦੂਜੇ ਪਾਸੇ ਜੇ ਕੈਪਟਨ ਸਾਹਿਬ ਦੀ ਨੇਚਰ ਨੂੰ ਦੇਖੋ ਤੇ ਸਿੱਧੂ ਉਹਨਾਂ ਦੀ ਬੜਕਾਂ ਨੂੰ ਦੇਖੋ, ਇਹ ਦੋਨੋਂ ਸ਼ਖਸੀਅਤ ਦੀ ਨਜ਼ਰ ਨਾਲ ਅਗਰ ਤੁਸੀਂ ਦੇਖਦੇ ਹੋ ਤਾਂ ਇਹਨਾਂ ਦਾ ਇਕੱਠੇ ਆਉਣਾ ਤਕਰੀਬਨ ਨਾਮੁਮਕਿਨ ਹੈਗਾ। ਕਾਰਨ ਕਿ ਕੈਪਟਨ ਸਾਹਿਬ ਵੀ ਮੈਨਾ ਮਾਨੂ ਦੀ ਸਥਿਤੀ 'ਚ ਹੈਗੇ ਨੇ ਤੇ ਸਿੱਧੂ ਤੇ ਉਦਾਂ ਹੀ ਜਾਣੇ ਜਾਂਦੇ ਨੇ ਕਿ ਉਹ ਕਦੀ ਮੰਨਦੇ ਨਹੀਂ ਹੈਗੇ। ਜਿਹੜੀ ਬਲਕਾਂ ਸਿੱਧੂ ਮਾਰ ਚੁੱਕੇ ਨੇ, ਜਿਹੜੇ ਕੈਪਟਨ ਸਾਹਿਬ ਕਹਿ ਚੁੱਕੇ ਨੇ ਸਿੱਧੂ ਦੇ ਦਰਵਾਜ਼ੇ ਬੰਦ,
ਉਸ ਤੋਂ ਬਾਅਦ ਫਿਰ ਆਪਣੀ ਸਾਰੀ ਗੱਲਾਂ ਤੋਂ ਉਤਰ ਕੇ ਇੱਕ ਦੂਜੇ ਨਾਲ ਜੱਫੀ ਪਾਣਾ ਉਹ ਥੋੜਾ ਜਿਹਾ ਔਖਾ ਤੇ ਹੋਏਗਾ। ਉਹ ਇਸ ਕਰਕੇ ਕਿ ਦੋਨਾਂ ਦੀ ਨੇਚਰ ਨੂੰ ਜਾਣਦੇ ਹੋਏ ਅਸੀਂ ਵੀ ਜਾਣਦੇ ਹਾਂ ਕਿ ਸਿੱਧੂ ਹੋਣਾ ਜਦ ਬੋਲਣ ਤੇ ਆਉਂਦੇ ਨੇ ਤੇ ਉਹ ਅੱਗਾ ਪਿੱਛਾ ਕੁਝ ਨਹੀਂ ਦੇਖਦੇ, ਤੇ ਕੈਪਟਨ ਸਾਹਿਬ ਵੀ ਕੋਈ ਫੈਸਲਾ ਲੈਂਦੇ ਨੇ ਤੇ ਫਿਰ ਉਹ ਵੀ ਆਪਣੇ ਫੈਸਲੇ ਤੇ ਅੜੇ ਰਹਿੰਦੇ ਨੇ। ਹੁਣ ਏਦਾਂ ਦੀ ਸਥਿਤੀ 'ਚ ਫਿਰ ਵੀ ਅਸੀਂ ਇਹੀ ਕਹਿ ਸਕਦੇ ਹਾਂ, ਸੰਭਾਵਨਾ ਤੋਂ ਇਨਕਾਰ ਨਹੀਂ ਕਰ ਸਕਦੇ। ਹੁਣ ਜਿਹੜਾ ਤੁਸੀਂ ਤੀਜਾ ਸਵਾਲ ਇਹਦੇ ਵਿੱਚ ਪੁੱਛਿਆ ਕਿ ਜੇ ਦੋਨਾਂ ਵਿੱਚੋਂ ਇੱਕ ਨੂੰ ਰਹਿਣਾ ਪਿਆ ਤੇ ਉਹਦੇ ਵਿੱਚ ਹੁਣ ਏਦਾਂ ਲੱਗਦਾ ਹੈ ਕਿ ਅਗਰ ਹਾਈ ਕਮਾਨ ਨੇ ਇਸ ਤਰ੍ਹਾਂ ਦਾ ਫੈਸਲਾ ਲੈ ਲਿਆ ਕਿ ਸਿੱਧੂ ਨੂੰ PPCC ਪ੍ਰਧਾਨ ਬਣਾਇਆ ਜਾਏਗਾ, ਤੇ ਇਹ ਮੰਨ ਕੇ ਚੱਲੋ ਕਿ ਹਾਈ ਕਮਾਨ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਇਹ ਦੋਨੋਂ ਹੁਣ ਇਕੱਠੇ ਨਹੀਂ ਚੱਲ ਸਕਦੇ। ਸਿੱਧੂ ਦੇ PPCC ਪ੍ਰਧਾਨ ਬਣਨ ਤੋਂ ਬਾਅਦ ਉਹ ਕਾਂਗਰਸ ਸਰਕਾਰ ਦੀ ਜਾਂ ਕੈਪਟਨ ਸਰਕਾਰ ਦੀ ਕਾਰਗੁਜ਼ਾਰੀ ਦੇ ਵਿੱਚ ਅਗਰ ਰੋਜ਼ ਟਿੱਪਣੀਆਂ ਕਰਨਗੇ, ਕ੍ਰਿਟੀਸਾਈਜ਼ ਕਰਨਗੇ, ਤੇ ਕੈਪਟਨ ਸਾਹਿਬ ਦਾ ਵੀ ਚੱਲਣਾ ਬੜਾ ਔਖਾ ਹੋ ਜਾਏਗਾ। ਇਹ ਜੋੜੀ 15 ਦਿਨ ਮਹੀਨੇ ਵੀ ਨਹੀਂ ਚੱਲਣੀ, ਔਰ ਇਸ ਗੱਲ ਦਾ ਹਾਈ ਕਮਾਨ ਨੂੰ ਵੀ ਪਤਾ ਹੋਣਾ ਚਾਹੀਦਾ ਹੈ ਜਾਂ ਹੋਏਗਾ ਵੀ, ਤੇ ਉਹਨਾਂ ਨੇ ਪਲਾਨ B ਵੀ ਤਿਆਰ ਕੀਤਾ ਹੋਏਗਾ। ਪਲਾਨ B ਦੇ ਵਿੱਚ ਅਗਰ ਕੈਪਟਨ ਸਾਹਿਬ ਔਰ ਸਿੱਧੂ ਉਹਨਾਂ ਦੀ ਲੜਾਈ ਨੈਕਸਟ ਲੈਵਲ ਤੇ ਪਹੁੰਚ ਜਾਂਦੀ ਹੈ, ਖਾਸ ਕਰਕੇ PPCC ਪ੍ਰਧਾਨ ਬਣਾਉਣ ਤੋਂ ਬਾਅਦ ਸਿੱਧੂ ਨੂੰ, ਤੇ ਉਸ ਤੋਂ ਬਾਅਦ CM ਦੀ ਰਿਪਲੇਸਮੈਂਟ ਜਾਂ ਸਿੱਧੂ ਦੀ ਰਿਪਲੇਸਮੈਂਟ ਉਹ ਸੋਚਣੀ ਪਏਗੀ, ਕਿਉਂਕਿ ਦੋਨੋਂ ਇੱਕ ਮਿਆਨ ਦੇ ਵਿੱਚ ਨਹੀਂ ਰਹਿ ਸਕਦੀ ਹੈ ਤਲਵਾਰਾਂ। ਇਹ ਅਸੀਂ ਇਸ ਪ੍ਰੋਗਰਾਮ ਦੇ ਰਾਹੀਂ ਕਈ ਵਾਰ ਕਹਿ ਚੁੱਕੇ ਹਾਂ, ਪਰ ਫਿਰ ਵੀ ਕਿਉਂਕਿ ਇਹ ਰਾਜਨੀਤੀ ਹੈ, ਰਾਜਨੀਤੀ ਦੇ ਵਿੱਚ ਕਿਸੇ ਵੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਉਸ ਗੱਲ ਦੇ ਮੱਦੇਨਜ਼ਰ ਅਸੀਂ ਇਹ ਕਹਿੰਦੇ ਹਾਂ ਕਿ ਪਤਾ ਨਹੀਂ ਕੀ ਹੋਏਗਾ, ਪਰ ਦੇਖਣ ਤੇ ਇਹ ਲੱਗਦਾ ਹੈ ਕਿਉਂਕਿ ਅਸੀਂ ਦੋਨਾਂ ਨੂੰ ਬੜੇ ਕਰੀਬ ਦਾ, ਦੋਨਾਂ ਦੀ ਪੋਲਿਟਿਕਸ ਨੂੰ ਬੜਾ ਕਰੀਬ ਨਾਲ ਦੇਖਿਆ ਹੈ, ਤੇ ਸਿੱਧੂ ਉਹਨਾਂ ਦਾ ਕੰਮ ਕਰਨ ਦਾ ਸਟਾਈਲ ਬਿਲਕੁਲ ਵੱਖਰਾ ਹੈ ਜਿਹੜਾ ਕੈਪਟਨ ਸਾਹਿਬ ਦੇ ਸਟਾਈਲ ਨਾਲ। ਤੇ ਜਿਹੜਾ ਅੱਜ ਸਿੱਧੂ ਉਹਨਾਂ ਨੇ ਟਵੀਟ ਛੱਡੇ ਨੇ, ਤੁਸੀਂ ਇਹ ਦੇਖੋ ਕਿ ਜਿਹੜੀ ਸੁਜੈਸ਼ਨ ਅੱਜ ਸਿੱਧੂ ਉਹਨਾਂ ਨੇ ਦਿੱਤੀ ਹੈ, ਜੇ ਅਗਰ ਉਹਨਾਂ ਨੂੰ ਪਾਵਰ ਮਿਨਿਸਟਰ ਬਣਾ ਦਿੱਤਾ ਜਾਂਦਾ ਔਰ ਉਹ ਅਗਰ ਇਹ ਸਾਰੇ ਸੁਜੈਸ਼ਨ ਇੰਪਲੀਮੈਂਟ ਕਰਦੇ ਤੇ ਪਾਵਰ ਮਿਨਿਸਟਰੀ ਦਾ ਵੀ, ਪਾਵਰ ਸੈਕਟਰ ਦਾ ਵੀ ਭਲਾ ਹੋ ਸਕਦਾ ਸੀਗਾ। ਪਰ ਅੱਜ ਉਹ ਬਾਹਰ ਰਹਿ ਕੇ ਟਵੀਟ ਦੇ ਰਾਹੀਂ ਆਪਣੀ ਹੀ ਸਰਕਾਰ ਨੂੰ ਕ੍ਰਿਟੀਸਾਈਜ਼ ਕਰਦੇ ਹੋਏ ਇਹ ਸੁਜੈਸ਼ਨ ਦਿੰਦੇ ਨੇ। ਹੁਣ ਕੈਪਟਨ ਸਾਹਿਬ ਚਾਹਣ ਵੀ ਇੱਦਾਂ ਦਾ ਕੋਈ ਸੁਜੈਸ਼ਨ ਦੇ ਉੱਤੇ ਇੰਪਲੀਮੈਂਟ ਕਰਨਾ, ਤੇ ਉਹਨਾਂ ਨੂੰ ਇਹੀ ਲੱਗੇਗਾ ਕਿ ਮੈਂ ਸਿੱਧੂ ਦੇ ਦਬਾਅ ਦੇ ਉੱਤੇ ਇੱਦਾਂ ਕੁਝ ਕਰ ਰਿਹਾ। ਜੇ ਕੈਪਟਨ ਸਾਹਿਬ ਦੀ ਇੰਟੈਂਸ਼ਨ, ਨੀਅਤ ਕੁਝ ਹੁੰਦੀ, ਤੇ ਉਹ ਵਾਈਟ ਪੇਪਰ ਲਿਆਉਣ ਦੀ ਗੱਲ ਜਿਹੜੀ ਉਹਨਾਂ ਨੇ ਅਸੈਂਬਲੀ ਦੇ ਵਿੱਚ ਕੀਤੀ ਸੀ, ਉਹ ਵਾਈਟ ਪੇਪਰ ਵਾਈਟ ਹੀ ਰਹਿ ਗਿਆ। ਕਿਹਾ ਜਾਂਦਾ ਸੀਗਾ ਵੀ ਚਲੋ ਵਾਈਟ ਪੇਪਰ ਨਾ ਇਸ਼ੂ ਕਰੋ, ਕਾਲਾ ਚਿੱਠਾ ਤਾਂ ਇਸ਼ੂ ਕਰ ਦਿਓ, ਪਰ ਨਾ ਕਾਲਾ ਚਿੱਠਾ ਨਾ ਵਾਈਟ ਪੇਪਰ, ਕੁਝ ਵੀ ਬਿਜਲੀ ਦੇ ਮੁੱਦਿਆਂ ਤੇ ਨਹੀਂ ਆਇਆ। ਇਹਦੇ ਵਿੱਚ ਵੀ ਕੈਪਟਨ ਸਾਹਿਬ ਦੀ ਕੋਈ ਮਜਬੂਰੀ ਨਜ਼ਰ ਆਉਂਦੀ। ਬਿਲਕੁਲ ਠੀਕ ਹੈ ਤੁਹਾਡੀ ਗੱਲ ਕਿ ਜਦੋਂ ਹੀ ਇਹ ਸੰਭਾਵਨਾ ਬਣ ਲੱਗਦੀ ਹੈ ਕਿ ਹੁਣ ਸਰਕਾਰ ਕੁਝ ਕਰੂਗੀ, ਨਵਜੋਤ ਸਿੰਘ ਸਿੱਧੂ ਦਾ ਕੋਈ ਨਾ ਕੋਈ ਬਿਆਨ ਸਾਹਮਣੇ ਆ ਜਾਂਦਾ, ਫਿਰ ਇਹਨਾਂ ਦੀ ਆਪਸੀ ਲੜਾਈ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਲੱਗਣ ਲੱਗਦਾ ਕਿ ਜੇ ਹੁਣ ਕੀਤਾ ਤਾਂ ਸਿੱਧੂ ਦੇ ਖਾਤੇ 'ਚ ਕ੍ਰੈਡਿਟ ਜਾਣਾ ਛੱਡੋ ਪਰੇ। ਪੰਜਾਬ ਬੜਾ ਭੁਗਤਿਆ, ਬੜਾ ਚਿਰ ਹੋ ਗਿਆ ਇਸ ਲੜਾਈ ਦੇ ਵਿੱਚੋਂ। ਪਿੱਛੇ ਡਰੱਗਸ ਦੇ ਮਾਮਲੇ 'ਚ ਇੰਜ ਲੱਗਦਾ ਸੀ ਸਰਕਾਰ ਨੇ ਫੈਸਲਾ ਕੀਤਾ, ਥੋੜਾ ਅੱਗੇ ਤੁਰਨ ਲੱਗੀ ਆ, ਉਦੋਂ ਵੀ ਸਿੱਧੂ ਵੱਲੋਂ ਉਸ ਮਾਮਲੇ 'ਚ ਲਗਾਤਾਰ ਹਮਲਾਵਰ ਰੁਖ ਅਪਣਾਇਆ ਗਿਆ ਤੇ ਕੈਪਟਨ ਅਮਰਿੰਦਰ ਸਿੰਘ ਡਿਫੈਂਸਿਵ ਹੋ ਗਏ। ਨੁਕਸਾਨ ਫਿਰ ਪੰਜਾਬ ਦਾ ਹੋਇਆ। ਇਹਦਾ ਮਤਲਬ ਕਿ ਕਿਰਕਰੀ ਕਾਂਗਰਸ ਦੀ ਚੱਲਦੀ ਰਹਿਣੀ ਹੈ। ਲੇਕਿਨ ਮੈਂ ਇੱਕ ਹੁਣ ਸਵਾਲ ਇਹ ਤੋਂ ਥੋੜਾ ਜਿਹਾ ਅਲੱਗ ਲੈ ਕੇ ਜਾਣਾ ਚਾਹੁੰਦਾ ਕਿ ਪਿਛਲੇ 2 ਦਿਨ 'ਚ ਕੁੰਵਰ ਵਿਜੇ ਪ੍ਰਤਾਪ ਸਾਬਕਾ IG ਜਿਹੜੇ SIT ਦੇ ਮੇਨ ਮੈਂਬਰ ਸੀਗੇ, ਉਹਨਾਂ ਵੱਲੋਂ ਕੁਝ ਇੰਟਰਵਿਊਜ਼ ਦਿੱਤੀਆਂ ਗਈਆਂ, ਤੇ ਉਹਦੇ ਵਿੱਚ ਇੱਕ ਸਵਾਲ, ਇੱਕ ਪ੍ਰਾਈਵੇਟ ਚੈਨਲ ਨਾਲ ਉਹਨਾਂ ਨੇ ਇੱਕ ਸਵਾਲ ਦੇ ਜਵਾਬ 'ਚ ਬਾਰ-ਬਾਰ ਕਿਹਾ ਕਿ ਜਿਹੜੀ ਹਾਈ ਕੋਰਟ ਦੀ ਜੱਜਮੈਂਟ ਆ, ਇਸ ਤੋਂ ਬਾਅਦ ਮੈਂ ਉਹ ਪੜ੍ਹੀ ਵੀ ਨਹੀਂ, ਮੈਂ ਉਹਦੇ ਨਾਲ ਬਹੁਤ ਹਰਟ ਹੋਇਆ, ਮੈਂ ਬਹੁਤ ਤਕਲੀਫ ਝੇਲੀ, ਮੈਨੂੰ ਕਈ ਦਿਨ ਨੀਂਦ ਨਹੀਂ ਆਈ, ਔਰ ਮੈਂ ਕਿਉਂਕਿ ਮੈਂ ਪੰਜਾਬ ਸਰਕਾਰ ਨੂੰ ਦੇਖ ਰਿਹਾ ਉਹ ਇਹਨੂੰ ਚੈਲੰਜ ਕਰਦੀ ਹੈ ਕਿ ਨਹੀਂ ਕਰਦੀ, ਨਹੀਂ ਤਾਂ ਮੈਂ ਇਹਨੂੰ ਚੈਲੰਜ ਕਰਾਂਗਾ। ਉਹਨਾਂ ਨੇ ਇਹ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਆਖਰੀ ਵਕਤ ਮੇਰੇ ਨਾਲ ਪ੍ਰੋਮਿਸ ਕੀਤਾ ਸੀ ਕਿ ਤੁਸੀਂ ਠੀਕ ਹੋ, ਤੁਹਾਡੀ ਜਾਂਚ ਠੀਕ ਹੈ। ਉਹਨਾਂ ਨੇ ਪਬਲਿਕਲੀ ਕਹਿੰਦੇ ਜੀ ਇਹ ਗੱਲ ਵੀ ਕਹੀ ਸੀਗੀ ਕਿ ਮੈਨੂੰ ਭਾਵੇਂ ਸਜ਼ਾ ਮਿਲ ਜੇ, ਕੋਰਟ ਦੀ ਮਾਨਹਾਨੀ ਦਾ ਇਹ ਸਵਾਲ ਬਣ ਜੇ, ਲੇਕਿਨ ਮੈਂ ਕਹੂੰਗਾ ਕਿ ਕੋਰਟ ਦਾ ਫੈਸਲਾ ਠੀਕ ਨਹੀਂਗਾ। ਸੋ ਕੋਰਟ ਦੇ ਫੈਸਲੇ ਦੇ ਖਿਲਾਫ ਕੁੰਵਰ ਨੇ ਕਿਹਾ ਕਿ ਮੈਂ ਸੁਪਰੀਮ ਕੋਰਟ 'ਚ ਜਾਣਾ ਹੀ ਆ, ਇਹਨੂੰ ਮੈਂ ਚੈਲੰਜ ਕਰਨਾ ਹੀ ਆ। ਹੁਣ ਸੁਪਰੀਮ ਕੋਰਟ ਜਾਂ ਡਬਲ ਬੈਂਚ ਇਹਦਾ ਅਲੱਗ ਛੱਡ ਦਿੰਦੇ ਮਸਲਾ। ਕੁੰਵਰ ਨੇ ਇਹ ਗੱਲ ਕਹਿਣ ਤੋਂ ਬਾਅਦ ਅੱਜ ਇਹ ਖਬਰ ਪ੍ਰਮੁਖਤਾ ਨਾਲ ਨਸ਼ਰ ਹੁੰਦੀ ਰਹੀ ਕਿ ਸਿਧਾਂਤਕ ਤੌਰ ਤੇ ਕੈਪਟਨ ਅਮਰਿੰਦਰ ਸਿੰਘ ਤੇ ਉਹਨਾਂ ਦੀ ਕੈਬਨਿਟ ਜਾਂ ਉਹਨਾਂ ਦੀ ਸਰਕਾਰ ਨੇ ਫੈਸਲਾ ਕਰ ਲਿਆ ਕਿ ਬੇਅਦਬੀ ਮਾਮਲਿਆਂ 'ਚ ਹਾਈ ਕੋਰਟ ਦੀ ਜੱਜਮੈਂਟ ਜਿਹੜੀ ਆ ਸਿੰਗਲ ਬੈਂਚ ਦੀ, ਉਹਨੂੰ ਚੈਲੰਜ ਕੀਤਾ ਜਾਊਗਾ ਸੁਪਰੀਮ ਕੋਰਟ 'ਚ। ਹੁਣ ਇਹ ਸਵਾਲ ਵੀ ਬਹੁਤ ਵੱਡਾ ਹੈ ਕਿ ਸੁਪਰੀਮ ਕੋਰਟ ਦੇ ਵਿੱਚ ਜਾਣ ਤੋਂ ਪਹਿਲਾਂ ਇਹ ਵੀ ਦੇਖਣਾ ਬਣਦਾ ਹੈ, ਇਸੇ ਜੱਜਮੈਂਟ ਨੂੰ ਸਹਿਮਤੀ ਦਿੱਤੀ ਸੀਗੀ ਜਦੋਂ ਉਹਨਾਂ ਨੇ ਸਿੱਟ ਬਦਲਣ ਲਈ, ਮਤਲਬ ਤਿੰਨਾਂ 'ਚੋਂ ਇੱਕ ਆਪਸ਼ਨ ਚੁਣ ਲਈ ਸੀ, ਜਾਂ CBI ਕੋਲ ਕੇਸ ਜਾਵੇ ਜਾਂ ਪੰਜਾਬ ਤੋਂ ਬਾਹਰ ਜਾਵੇ ਜਾਂ SIT ਬਦਲ ਦਿੱਤੀ ਜਾਵੇ ਤੇ ਕੁੰਵਰ ਪ੍ਰਤਾਪ ਉਹਦੇ ਮੈਂਬਰ ਨਾ ਹੋਣ। ਸੋ ਜਦੋਂ ਸਰਕਾਰ ਨੇ ਸਹਿਮਤੀ ਦੇ ਕੇ ਨਵੀਂ SIT ਬਣਾਤੀ ਆ, ਤਾਂ ਕੀ ਹੁਣ ਪੂਰੀ ਦੀ ਪੂਰੀ ਉਹ ਜੱਜਮੈਂਟ ਨੂੰ ਚੈਲੰਜ ਕਰਨ ਦੀ ਸਥਿਤੀ 'ਚ ਹੈ ਪੰਜਾਬ ਗਵਰਨਮੈਂਟ, ਜਾਂ ਪਾਰਸ਼ਲੀ ਉਹਦੇ ਕੁਝ ਹਿੱਸਿਆਂ ਨੂੰ?
ਕੁਝ ਉਹਦੇ ਨੁਕਤਿਆਂ ਨੂੰ ਹੀ ਚੈਲੰਜ ਕੀਤਾ ਜਾਊਗਾ ਤਾਂ ਕਿ ਬੇਅਦਬੀ ਮਾਮਲਿਆਂ ਦੀਆਂ ਪ੍ਰੋਸੀਡਿੰਗਸ ਅਦਾਲਤਾਂ ਦੇ ਵਿੱਚ, SIT ਦੇ ਵਿੱਚ ਤੇ ਬਾਕੀ ਹੋਰ ਥਾਵਾਂ ਤੇ ਉਹ ਪ੍ਰਭਾਵਿਤ ਨਾ ਹੋਣ। ਜਿਹੜੇ ਮੁਲਜ਼ਮ ਨੇ ਜਾਂ ਜਿਹੜੇ ਦੋਸ਼ੀ ਬਣਾਏ ਜਾਣੇ ਜਾਂ ਦੋਸ਼ੀ ਬਣਾਏ ਗਏ ਨੇ ਉਹ ਇਹਦੀਆਂ ਚੋਰ ਮੋਰੀਆਂ ਥਾਣੀ ਨਾ ਨਿਕਲ ਸਕਣ। ਉਹ ਇਹ ਬੜੀ ਦਿਲਚਸਪ ਹੋਊਗੀ। ਇਹਦੇ ਤੇ ਤੁਹਾਡੀ ਟਿੱਪਣੀ ਕਿ ਸਰਕਾਰ ਇੰਨੀ ਦੇਰ ਬਾਅਦ ਕਿਉਂ ਜਾਗੀ, ਕਿਉਂਕਿ 2 ਮਹੀਨੇ ਲਗਭਗ ਹੋਣ ਵਾਲੇ ਆ। ਜਦੋਂ ਇਹ ਹਾਈ ਕੋਰਟ ਦਾ ਆਰਡਰ ਆਇਆ ਸੀਗਾ ਜੀ, ਤਦ ਇਸ ਆਰਡਰ ਨੂੰ ਪੜ੍ਹ ਕੇ ਜਾਂ ਇਸ ਆਰਡਰ ਦੇ ਬਾਰੇ ਵਿੱਚ ਛਪੀ ਹੋਈ ਖਬਰਾਂ ਨੂੰ ਪੜ੍ਹ ਕੇ ਇਹ ਲੱਗਦਾ ਸੀਗਾ ਵੀ ਹਾਈ ਕੋਰਟ ਕਾਫੀ ਆਊਟ ਆਫ ਪ੍ਰਪੋਰਸ਼ਨ ਚਲਾ ਗਿਆ। ਜਿਨ੍ਹਾਂ ਟਿੱਪਣੀਆਂ ਨੂੰ ਹਾਈ ਕੋਰਟ ਨੂੰ ਨਹੀਂ ਕਰਨਾ ਚਾਹੀਦਾ ਸੀ। ਇੱਕ ਸੈਕਿੰਡ, ਇਹ ਜ਼ਰੂਰ ਬੋਲਣ ਲੱਗਿਆਂ ਦੇਖ ਲਿਓ ਕਿ ਕਿਤੇ ਅਸੀਂ ਕੋਰਟ ਦੀ ਮਾਣਹਾਨੀ ਦੇ ਦਾਇਰੇ 'ਚ ਨਾ ਆਉਂਦੇ ਹੋਈਏ, ਕਿਉਂਕਿ ਜੱਜਮੈਂਟਸ ਦੇ ਉੱਤੇ ਅਸੀਂ ਕਿੰਨਾ ਬੋਲ ਸਕਦੇ ਹਾਂ। ਮੈਨੂੰ ਕਾਨੂੰਨੀ ਨੁਕਤਾ ਨਿਗਾਹ ਤੋਂ ਬਿਲਕੁਲ ਕੋਈ ਪਤਾ ਨਹੀਂ ਜੀ। ਜੱਜਮੈਂਟ ਦੇ ਬਾਰੇ 'ਚ ਅਸੀਂ ਕੁਝ ਨਹੀਂ ਬੋਲ ਰਹੇ, ਪਰ ਉਹਦੇ ਵਿੱਚ ਜਦ ਕੋਈ ਜੱਜਮੈਂਟ ਦੇ ਵਿੱਚ ਇਹ ਗੱਲ ਆਉਂਦੀ ਹੈ ਵੀ ਇਹਨੂੰ, ਇਸ ਅਫਸਰ ਨੂੰ ਅਗਲੀ ਸਿੱਟ ਦੇ ਵਿੱਚ ਇਨਕਲੂਡ ਨਾ ਕੀਤਾ ਜਾਏ, ਔਰ ਇਸ ਜਿਹੜੇ ਸਿੱਟ ਦੇ ਅਫਸਰ ਨੇ ਇਹਨਾਂ ਦੇ ਪੋਲੀਟੀਕਲ ਐਸਪੀਰੇਸ਼ਨਸ ਹੈਗੇ ਨੇ, ਇਹ ਜੱਜਮੈਂਟ ਦਾ ਪਾਰਟ ਹੁੰਦਾ ਨਹੀਂ ਕਦੀ। ਚਲੋ ਜੱਜਮੈਂਟ ਕਿਸ ਬੇਸ ਤੇ ਦਿੱਤੀ, ਇਹਨੂੰ ਚੈਲੰਜ ਕੀਤਾ ਜਾਣਾ ਚਾਹੀਦਾ ਸੀ, ਕੀਤਾ ਗਿਆ ਸੀ, ਹਜੇ ਤੱਕ ਨਹੀਂ ਕੀਤਾ ਗਿਆ, ਲੇਕਿਨ ਕੀਤਾ ਜਾਣਾ ਚਾਹੀਦਾ ਸੀਗਾ। ਇਹ ਗੱਲ ਮੁੱਖ ਮੰਤਰੀ ਨੇ ਆਪ ਕਹੀ ਸੀ ਕਿ ਅਸੀਂ ਇਸ ਜੱਜਮੈਂਟ ਨੂੰ ਸੁਪਰੀਮ ਕੋਰਟ ਦੇ ਵਿੱਚ ਚੈਲੰਜ ਕਰਾਂਗੇ, ਪਰ ਉਹ ਚੈਲੰਜ ਹੋਇਆ ਨਹੀਂ। 1 ਮਹੀਨੇ 2 ਮਹੀਨੇ ਉਹ ਚੈਲੰਜ ਨਹੀਂ ਹੋਇਆ। ਚੈਲੰਜ ਨਾ ਹੋਣ ਦੇ ਬਾਅਦ ਉਹਨਾਂ ਨੇ ਨਵੀਂ SIT ਬਣਾਤੀ, ਔਰ SIT ਨੂੰ 6 ਮਹੀਨੇ ਦਾ ਟਾਈਮ ਦੇ ਦਿੱਤਾ ਕਿ 6 ਮਹੀਨੇ ਤੱਕ ਤੁਸੀਂ ਆਪਣੀ ਰਿਪੋਰਟ ਸਬਮਿਟ ਕਰੋ। 8 ਮਹੀਨੇ ਬਾਅਦ ਇਲੈਕਸ਼ਨ ਹੈ। ਇਸ ਗੱਲ ਦੇ ਉੱਤੇ ਜਦੋਂ ਆਬਜੈਕਸ਼ਨ ਉੱਠਿਆ ਤੇ ਕਿਹਾ ਵੀ 6 ਮਹੀਨੇ ਦਾ ਤੇ ਮੈਕਸਿਮਮ ਟਾਈਮ ਹੈ, ਤੁਸੀਂ ਮਹੀਨੇ 2 ਮਹੀਨੇ ਦੇ ਵਿੱਚ ਹੀ ਆਪਣੀ ਕਾਰਵਾਈ ਪੂਰੀ ਕਰੋ। ਹੁਣ ਕਿਉਂਕਿ ਉਸ ਹਾਈ ਕੋਰਟ ਦੀ ਜੱਜਮੈਂਟ ਨੂੰ ਚੈਲੰਜ ਕਰਨ ਦਾ ਫੈਸਲਾ ਕੁੰਵਰ ਵਿਜੇ ਪ੍ਰਤਾਪ ਉਹਨਾਂ ਨੇ ਲਿੱਤਾ, ਔਰ ਜਿਹੜਾ ਕੁਝ ਕੁੰਵਰ ਵਿਜੇ ਪ੍ਰਤਾਪ ਉਹਨਾਂ ਦਾ ਇਹ ਕਹਿਣਾ ਕਿ ਕੈਪਟਨ ਸਾਹਿਬ ਨੇ ਵੀ ਮੈਨੂੰ ਇਹ ਕਿਹਾ ਸੀਗਾ ਕਿ ਅਸੀਂ ਇਸ ਜੱਜਮੈਂਟ ਨੂੰ ਚੈਲੰਜ ਕਰਾਂਗੇ। ਅਗਰ ਇਹ ਗੱਲ ਮਾਰਕੀਟ ਵਿੱਚ ਆਉਂਦੀ ਹੈ, ਪੋਲੀਟੀਕਲ ਸਰਕਲ ਦੇ ਵਿੱਚ ਆਉਂਦੀ ਹੈ, ਇਹ ਵੀ ਕੈਪਟਨ ਸਾਹਿਬ ਦੇ ਅਗੇਂਸਟ ਇੱਕ ਨੈਗੇਟਿਵ ਪੁਆਇੰਟ ਚਲੇ ਜਾਏਗਾ ਕਿ ਇਸ ਜੱਜਮੈਂਟ ਨੂੰ ਤੁਸੀਂ ਸੁਪਰੀਮ ਕੋਰਟ ਦੇ ਵਿੱਚ ਚੈਲੰਜ ਕਿਉਂ ਨਹੀਂ ਕੀਤਾ। ਹੁਣ ਇਹ ਫੈਸਲਾ ਚਾਹੇ ਅੰਡਰ ਪ੍ਰੈਸ਼ਰ ਲਿੱਤਾ ਗਿਆ, ਪਰ ਇਹ ਫੈਸਲਾ ਲਿੱਤਾ ਜ਼ਰੂਰ ਗਿਆ। ਹੁਣ ਕਿੰਨੀ ਦੇਰ ਤੱਕ ਉਹ ਅਤੁਲ ਨੰਦਾ ਦੇ ਰਾਹੀਂ ਇਸ ਪਟੀਸ਼ਨ ਨੂੰ ਚੈਲੰਜ ਕਰਦੇ ਨੇ, ਇਸ ਹਾਈ ਕੋਰਟ ਦੀ ਜੱਜਮੈਂਟ ਨੂੰ ਚੈਲੰਜ ਕਰਦੇ, ਜਾਂ ਫਿਰ ਕੋਈ ਹੋਰ ਵਕੀਲ ਕਰਦੇ ਨੇ, ਇਹ ਵੀ ਦੇਖਣ ਵਾਲੀ ਗੱਲ ਹੋਏਗੀ। ਪਰ ਉਹ ਚੈਲੰਜ ਕਰਨਾ ਚਾਹੀਦਾ ਸੀਗਾ। ਇਹ ਪੋਲਿਟਿਕਸ ਦਾ ਇੱਕ ਹਿੱਸਾ ਸੀਗਾ, ਔਰ ਇਹਦੇ ਵਿੱਚ ਕੈਪਟਨ ਸਾਹਿਬ ਨੂੰ ਇਹ ਫੈਸਲਾ ਪਹਿਲੇ ਲੈਣਾ ਚਾਹੀਦਾ ਸੀਗਾ ਜਿਹੜਾ ਕਿ ਹੁਣ ਲੈ ਰਹੇ। ਭਾਸਕਰ ਸਾਹਿਬ ਬਹੁਤ ਮਿਹਰਬਾਨੀ। ਕੁਝ ਖਬਰਾਂ ਹੋਰ ਤਾਂ ਹੈਗੀਆਂ, ਲੇਕਿਨ ਅਸੀਂ ਅਗਲੇ ਸੈਗਮੈਂਟ 'ਚੋਂ ਲਵਾਂਗੇ। ਤੁਸੀਂ ਸਾਡੇ ਨਾਲ ਜੁੜੇ, ਤੁਹਾਡਾ ਧੰਨਵਾਦ। ਔਰ ਤੁਸੀਂ ਨਜ਼ਰ ਬਣਾਈ ਰੱਖਿਓ ਦਿੱਲੀ ਦੇ ਗਲਿਆਰਿਆਂ 'ਚ ਜੋ ਵਾਪਰਦਾ ਹੈ। ਜੇ ਜ਼ਰੂਰਤ ਪਈ ਤਾਂ ਅਸੀਂ ਫਿਰ ਮੁੜ ਕੇ ਇਕੱਠੇ ਹੋਵਾਂਗੇ, ਕਿਉਂਕਿ ਸਾਥੀਆਂ ਦੋਸਤਾਂ ਦੀ ਮੰਗ ਰਹਿੰਦੀ ਹੈ ਕਿ ਤੁਸੀਂ ਅਪਡੇਟ ਸਾਨੂੰ ਦਿੰਦੇ ਰਹੋ। ਬਹੁਤ ਮਿਹਰਬਾਨੀ। ਧੰਨਵਾਦ ਜੀ।